हाँ जी, हुण ਇਹਦੇ ਵਿੱਚ ਜਿਹੜਾ ਨਾ ਧਿਆਨ ਕੀ ਰੱਖਣਾ ਮੈਂ ਤੁਹਾਨੂੰ ਦੱਸਦਾ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ, ਉਸ ਤੋਂ ਬਾਅਦ ਤੁਸੀਂ ਸਮਝਿਓ। ਜਿਹੜਾ ਤੁਸੀਂ ਕਹਿ ਰਹੇ ਹੈਗੇ ਹੋ ਕਿ ਆਪਾਂ ਲਿਸਟ ਜਦੋਂ ਬਣਾਉਣੀ ਹੈ ਤਾਂ ਆਪਾਂ ਉਹਨਾਂ ਲੋਕਾਂ ਦੀ ਬਣਾਉਣੀ ਹੈ ਜਿਹਦੇ ਤੋਂ ਸਾਨੂੰ ਬਹੁਤ ਉਮੀਦ ਹੈ ਕਿ ਉਹ ਲੈ ਲੈਣਗੇ। ਇਹੀ ਸੋਚ ਰਹੇ ਹੋ ਤੁਸੀਂ, ਲੇਕਿਨ ਇਨਫੈਕਟ ਇੱਦਾਂ ਨਹੀਂ ਹੁੰਦਾ। ਮੈਂ ਤੁਹਾਨੂੰ ਕਲੀਅਰ ਕੱਟ ਦੱਸ ਦਿੰਦਾ ਹੈਗਾ, ਇੱਦਾਂ ਹੁੰਦਾ ਨਹੀਂ ਹੈ। ਜਦੋਂ ਆਪਾਂ ਲਿਸਟ ਬਣਾਉਣੀ ਹੈ ਨਾ, ਲਿਸਟ ਦੇ ਵਿੱਚ ਆਪਾਂ ਇਹ ਨਹੀਂ ਦੇਖਣਾ ਹੈਗਾ ਜਾਂ ਆਪਾਂ ਇਹ ਨਹੀਂ ਸੋਚਣਾ ਕਿ ਜਿਹਦੇ ਤੋਂ ਸਾਨੂੰ ਬਹੁਤ ਉਮੀਦ ਹੈ ਕਿ ਲੈ ਲਏਗਾ। ਇੱਦਾਂ ਨਹੀਂ ਹੁੰਦਾ ਹੈਗਾ। ਮੈਨੂੰ ਯਾਦ ਹੈ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਨਾ, ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀਗਾ, ਤੇ ਸਭ ਤੋਂ ਪਹਿਲਾਂ ਮੈਂ ਆਪਣੇ, ਤੁਸੀਂ ਕਹਿ ਸਕਦੇ ਹੋ ਕਿ ਸਭ ਤੋਂ ਖਾਸ ਜਿਹੜਾ ਫਰੈਂਡ ਸੀਗਾ, ਜਦੋਂ ਮਤਲਬ ਮੈਂ ਆਪਣੇ ਕੁਛ ਰਿਲੇਟਿਵਸ, ਬੜੇ ਕਲੋਜ਼ ਰਿਲੇਟਿਵਸ ਨੂੰ ਦੱਸਣ ਤੋਂ ਬਾਅਦ ਜਦੋਂ ਮੈਂ ਸੋਚਿਆ ਕਿ ਹੁਣ ਮੈਂ ਆਪਣੇ ਫਰੈਂਡ ਸਰਕਲ ਨੂੰ ਮੈਂ ਟੱਚ ਕਰਦਾ ਨਾ, ਅਤੇ ਫਰੈਂਡ ਸਰਕਲ 'ਚ ਮੈਂ ਸਭ ਤੋਂ ਪਹਿਲੇ, ਸਭ ਤੋਂ ਬਹੁਤ ਖਾਸ ਮੇਰਾ ਜਿਹੜਾ ਕਲੋਜ਼ ਫਰੈਂਡ ਸੀ ਨਾ, ਮੈਂ ਉਹਨੂੰ ਜਾ ਕੇ ਦੱਸਣ ਦਾ ਪਲਾਨ ਕੀਤਾ। ਮੈਂ ਉਹਦੇ ਵਿੱਚ ਕਿਤੇ ਨਾ ਕਿਤੇ ਰੀਜ਼ਨ ਇਹ ਸੀਗਾ, ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਹਰ ਨਵੇਂ ਬੰਦੇ ਨੂੰ ਨਾ ਕਿਤੇ ਥੋੜ੍ਹਾ ਜਿਹਾ ਹੁੰਦਾ ਇੱਕ ਕਿ ਪਤਾ ਨਹੀਂ ਮੈਂ ਵਧੀਆ ਤਰੀਕੇ ਨਾਲ ਦੱਸ ਪਾਵਾਂਗਾ ਕਿ ਨਹੀਂ ਦੱਸ ਪਾਵਾਂਗਾ ਨਾ। ਉਹ ਮੇਰਾ ਉਹ ਸ਼ਖਸ ਸੀਗਾ ਜਿਹਦੇ 'ਤੇ ਮੈਨੂੰ, ਮੇਰਾ ਉਹ ਫਰੈਂਡ ਸੀਗਾ ਜਿਹਦੇ 'ਤੇ ਮੈਨੂੰ ਡਾਊਟ ਨਹੀਂ, ਮੈਨੂੰ 100% ਪਤਾ ਸੀਗਾ ਕਿ ਉਹ ਮੇਰੇ ਕੋਲੋਂ ਨਹੀਂ ਲਏਗਾ। ਅੰਡਰਸਟੈਂਡ ਕਰ ਰਹੇ ਹੋ? ਹਾਲਾਂਕਿ ਮੇਰਾ ਸਭ ਤੋਂ ਕਲੋਜ਼ ਫਰੈਂਡ ਸੀਗਾ, ਜਿੱਦਾਂ ਤੁਸੀਂ ਕਹਿ ਸਕਦੇ ਹੋ ਆਪਾਂ ਬਚਪਨ ਦੇ ਫਰੈਂਡ ਹੈਗੇ ਆ, ਪਰ ਮੈਨੂੰ ਕਿਤੇ ਨਾ ਕਿਤੇ ਵੀ ਸੀਗਾ ਕਿ ਉਹ ਮੇਰੇ ਕੋਲੋਂ ਨਹੀਂ ਲਏਗਾ, ਮੇਰੇ ਕੋਲ ਪ੍ਰੋਡਕਟ ਨਹੀਂ ਲਏਗਾ, ਕਿਉਂਕਿ ਮੈਂ ਉਹਦੇ ਨੇਚਰ ਨੂੰ ਜਾਣਦਾ ਹੈਗਾ। ਅਤੇ ਪਰ ਮੈਂ, ਫਿਰ ਤੁਸੀਂ ਕਹੋਗੇ ਮੈਂ ਗਿਆ ਕਿਉਂ ਉਹਦੇ ਕੋਲ? ਜੀ ਮੈਨੂੰ ਪਤਾ ਹੀ ਸੀਗਾ ਕਿ ਉਹਨੇ ਲੈਣਾ ਨਹੀਂ, ਅਤੇ ਮੈਂ ਉਹਦੇ ਕੋਲ ਕਿਉਂ ਗਿਆ? ਮੈਂ ਸਿਰਫ ਇਸ ਲਈ ਗਿਆ ਸੀਗਾ, ਮੈਂ ਆਪਣੀ ਨਾ ਪ੍ਰੈਕਟਿਸ ਕਰਨਾ ਚਾਹੁੰਦਾ ਸੀਗਾ। ਮੈਂ ਚਾਹੁੰਦਾ ਸੀਗਾ ਕਿ ਜਦੋਂ ਮੈਂ ਮਤਲਬ ਆਪਣੇ, ਜਦੋਂ ਐਸੇ ਕਸਟਮਰ ਕੋਲ ਜਦੋਂ ਤੋਂ ਮੈਨੂੰ ਉਮੀਦ ਹੈ, ਜਦੋਂ ਮੈਂ ਉਹਦੇ ਕੋਲ ਜਾਵਾਂ ਅਤੇ ਪਤਾ ਨਹੀਂ ਉੱਥੇ ਜਾ ਕੇ ਮੈਂ ਸਹੀ ਤਰੀਕੇ ਨਾਲ ਦੱਸ ਪਾਵਾਂਗਾ ਕਿ ਨਹੀਂ ਦੱਸ ਪਾਵਾਂਗਾ, ਅਤੇ ਜੇ ਮੈਂ ਸਹੀ ਨਹੀਂ ਦੱਸ ਪਾਇਆ ਤਾਂ ਫਿਰ ਮੇਰਾ ਕਸਟਮਰ ਖਰਾਬ ਹੋ ਜਾਏਗਾ। ਅਤੇ ਮੈਂ ਇਹੋ ਜਿਹੇ ਪਰਸਨ ਕੋਲ, ਜਿਹਦੇ ਕੋਲ ਮੈਨੂੰ ਮਤਲਬ ਤੁਸੀਂ ਕਹਿ ਸਕਦੇ ਹੋ ਮੈਂ ਕੰਫਰਟੇਬਲ ਸੀਗਾ, ਕਿਉਂਕਿ ਆਪਣੇ ਬੜੇ ਕਲੋਜ਼ ਫਰੈਂਡ ਕੋਲ ਨਾ ਤੁਸੀਂ ਕੰਫਰਟੇਬਲ ਹੁੰਦੇ ਹੋ, ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਦੱਸਣ ਦੇ ਵਿੱਚ ਬੜਾ ਤੁਸੀਂ ਸਮਝਦੇ ਹੋ ਕਿ ਹਾਂਜੀ ਮੈਂ ਈਜ਼ੀਲੀ ਦੱਸ ਸਕਦਾ ਹੈਗਾ ਇਹਨੂੰ, ਹੈ ਨਾ। ਮੈਂ ਸਿਰਫ ਇਹੀ ਸੋਚ ਕੇ ਗਿਆ ਸੀਗਾ, ਪਰ ਮੈਨੂੰ ਉਮੀਦ ਨਹੀਂ ਸੀ ਕਿ ਉਹ ਲਏਗਾ ਮੇਰੇ ਕੋਲੋਂ। ਅੱਛਾ, ਮੈਂ ਜਦੋਂ ਉਹਦੇ ਕੋਲ ਗਿਆ, ਮੈਂ ਉਹਨੂੰ ਐਕਸਪਲੇਨ ਕਰਦਾ ਪਿਆ ਸੀ ਜਾ ਕੇ, ਹੈ ਨਾ, ਅਤੇ ਮੈਨੂੰ ਉਮੀਦ ਦੇ ਅਕੋਰਡਿੰਗਲੀ ਜੋ ਮੈਨੂੰ ਲੱਗਦਾ ਸੀਗਾ ਕਿ ਇੱਦਾਂ ਹੋ ਸਕਦਾ, ਉਹ ਵਿੱਚ ਬਿਜ਼ੀ ਹੋ ਜਾਂਦਾ ਸੀ, ਵਿੱਚ ਫਿਰ ਮੇਰੀ ਗੱਲ, ਮਤਲਬ ਮੇਰੀ ਗੱਲ ਨੂੰ ਬਹੁਤ ਜ਼ਿਆਦਾ ਸੀਰੀਅਸਲੀ ਨਹੀਂ ਸੁਣ ਰਿਹਾ ਸੀਗਾ, ਮੇਰੇ ਸੀਰੀਅਸਲੀ ਨਹੀਂ ਸੁਣ ਰਿਹਾ ਸੀਗਾ। ਅਤੇ ਮੇਰੇ ਮਨ 'ਚ ਵੀ ਇਹੀ ਚੱਲ ਰਿਹਾ ਸੀਗਾ ਕਿ ਹਾਂ ਦੇਖਿਆ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰੇ ਕੋਲ ਨਹੀਂ ਲੈਣਾ ਇਹਨੇ ਪ੍ਰੋਡਕਟ। ਪਰ ਯਕੀਨ ਮੰਨਿਓ, ਮੇਰਾ ਪਹਿਲਾ ਕਸਟਮਰ ਉਹੀ ਬਣਿਆ ਸੀਗਾ, ਜਦੋਂ ਮੈਂ ਮਤਲਬ ਜਿਹੜੇ ਮੇਰੇ ਬਹੁਤ ਕਲੋਜ਼ ਰਿਲੇਟਿਵਸ ਨੂੰ ਛੱਡ ਕੇ ਤੁਸੀਂ ਕਹਿ ਸਕਦੇ ਹੋ ਕਿ ਅਗਰ ਬਿਲਕੁਲ ਪਹਿਲਾਂ ਨਹੀਂ ਸੀਗਾ, ਤਾਂ ਪਹਿਲੇ ਜਿਹੜੇ 2-3 ਕਸਟਮਰ ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀਗਾ ਉਹ ਕਸਟਮਰ। ਪਰ ਮੈਨੂੰ ਉਹਦੇ ਤੋਂ ਉਮੀਦ ਨਹੀਂ ਸੀਗੀ ਕਿ ਮੇਰੇ ਕੋਲ ਲਏਗਾ ਪ੍ਰੋਡਕਟ, ਔਰ ਮੈਂ ਗਿਆ ਸਿਰਫ ਇਸ ਲਈ ਸੀਗਾ ਕਿ ਮੇਰੀ ਪ੍ਰੈਕਟਿਸ ਹੋ ਜਾਏਗੀ, ਕਿਉਂਕਿ ਆਪਣੇ ਜਿਹੜੇ ਬੜੇ ਕਲੋਜ਼ ਰਿਲੇਟਿਵ, ਜਿੱਦਾਂ ਮੇਰਾ ਰੀਅਲ ਬ੍ਰਦਰ, ਮੇਰੀ ਰੀਅਲ ਸਿਸਟਰ, ਇਹਨਾਂ ਨੂੰ ਐਜ਼ ਅ ਕਸਟਮਰ ਨਹੀਂ ਮੈਂ ਮੰਨ ਰਿਹਾ ਸੀਗਾ ਨਾ, ਇਹ ਤਾਂ ਮੇਰੇ ਘਰ ਦੇ ਮੈਂਬਰ ਸੀਗੇ। ਅਤੇ ਮੈਂ ਜਦੋਂ ਫਿਰ ਉਹਦੇ ਕੋਲ ਗਿਆ ਤਾਂ ਮੈਨੂੰ ਸੀਗਾ ਕਿ ਮੈਂ ਇਹਦੇ ਕੋਲ ਵੀ ਕੰਫਰਟੇਬਲ ਆ, ਮੈਨੂੰ ਆਰਾਮ ਨਾਲ ਦੱਸ ਸਕਦਾ। ਅਤੇ ਜਦੋਂ ਮੈਂ ਦੱਸਿਆ ਉਹਨੂੰ, ਅਤੇ ਤੁਸੀਂ ਯਕੀਨ ਮੰਨਿਓ ਕਿ ਉੱਥੋਂ ਉਹ ਮੇਰਾ ਪਹਿਲਾ ਕਸਟਮਰ ਬਣ ਗਿਆ, ਜਦ ਕਿ ਮੈਨੂੰ ਉਹਦੇ ਤੋਂ ਉਮੀਦ ਨਹੀਂ ਹੈਗੀ ਸੀਗੀ। ਇੱਥੇ ਇੱਕ ਬਹੁਤ ਵੱਡੀ ਲਰਨਿੰਗ ਇਹ ਛੁਪੀ ਹੋਈ ਆ ਕਿ ਜਦੋਂ ਤੁਸੀਂ ਲਿਸਟ ਬਣਾਉਣੀ ਹੈ ਨਾ, ਤੁਹਾਡੇ ਮਾਈਂਡ 'ਚ ਉਦੋਂ ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਬਿਲਕੁਲ ਸ਼ਿਓਰ ਹੈ ਜੀ ਮੈਂ ਉਹਦੇ ਕੋਲ ਪਹਿਲੇ ਜਾਵਾਂਗਾ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਕਿਹਦੇ ਕੋਲ ਬਹੁਤ ਜ਼ਿਆਦਾ ਸ਼ਿਓਰ ਹੈ। ਜੇ ਸ਼ਿਓਰ ਵਾਲੇ ਬੰਦੇ ਕੋਲ ਜਾਓਗੇ ਨਾ, ਤਾਂ ਜ਼ਿਆਦਾਤਰ ਚਾਂਸਿਸ ਹੈ ਕਿ ਉਹ ਸਿਰਫ ਓਬਲੀਗੇਟਰੀ ਤੁਹਾਡੇ ਕੋਲ ਲਏਗਾ। ਓਬਲੀਗੇਟਰੀ ਮਤਲਬ ਕਿ ਤੁਹਾਨੂੰ ਮਨਾ ਨਹੀਂ ਕਰ ਸਕਦਾ, ਇਸ ਲਈ ਲਏਗਾ, ਠੀਕ ਹੈ। ਅਗਰ ਤੁਹਾਨੂੰ ਲੱਗਦਾ ਕਿ ਕੋਈ ਇੱਦਾਂ ਦਾ ਰਿਲੇਸ਼ਨ ਹੈਗਾ, ਇਟਸ ਓਕੇ, ਤੁਹਾਨੂੰ ਪਤਾ ਤੁਹਾਡੇ ਜਾਣ 'ਤੇ ਲਏਗਾ ਹੀ ਲਏਗਾ। ਬਟ ਇਹੋ ਜਿਹੇ ਸ਼ਾਇਦ ਬਹੁਤ ਲਿਮਿਟਡ ਜਿਹੇ ਬੰਦੇ ਹੋਣਗੇ, ਹੈ ਨਾ। ਤੁਸੀਂ ਜਦੋਂ ਲਿਸਟ ਬਣਾਉਣੀ ਹੈ ਨਾ, ਤੁਸੀਂ ਸਿਰਫ ਫਿਰ ਦੇਖਣਾ ਕੀ ਹੈ, ਤੁਸੀਂ ਸਿਰਫ ਇੰਨਾ ਦੇਖਣਾ ਕਿ ਅਗਰ ਮੈਂ ਉਹਨੂੰ ਮਿਲਣ ਜਾਣਾ ਤਾਂ ਉਹ ਪ੍ਰੋਪਰਲੀ ਮੈਨੂੰ ਅਟੈਂਡ ਕਰੇਗਾ, ਮੈਨੂੰ ਬਿਠਾਏਗਾ, ਮੇਰੀ ਗੱਲਬਾਤ ਸੁਣਨ ਲਈ ਤਿਆਰ ਹੋਏਗਾ, ਠੀਕ ਹੈ ਨਾ, ਮੇਰੇ ਲਈ ਕੀ ਟਾਈਮ ਕੱਢ ਪਾਏਗਾ। ਇਹ ਚੀਜ਼ ਦੇਖਣੀ ਹੈ ਤੁਸੀਂ ਬਸ। ਤੁਹਾਡੇ ਰਿਲੇਸ਼ਨ ਕਿੱਦਾਂ ਦੇ ਉਹਦੇ ਨਾਲ, ਜਿਹਦੇ ਨਾਲ ਵੀ ਤੁਸੀਂ ਲੈ ਕੇ ਜਾਣਾ ਸਟਾਰਟਿੰਗ 'ਚ। ਇੱਕ ਤਾਂ ਹੁੰਦਾ ਨਾ ਕਿ ਬਿਲਕੁਲ ਅਣਜਾਣ ਜਿਹੇ ਨੇ, ਮਾੜਾ ਮੋਟਾ ਹਾਏ ਹੈਲੋ ਹੀ ਕਦੀ ਕਦਾਈ ਕਿਤੇ ਹੋ ਗਈ, ਉੱਥੇ ਨਹੀਂ। ਤੁਸੀਂ ਉਹਨਾਂ ਪਰਸਨਸ ਕੋਲ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਸਟਾਰਟਿੰਗ ਦੇ ਵਿੱਚ, ਜਿਹੜੇ ਬੰਦੇ ਤੁਹਾਨੂੰ ਐਟਲੀਸਟ ਬਿਠਾਉਣਗੇ। ਬੈਟਰ ਹੈ ਕਿ ਅਗਰ ਤੁਹਾਨੂੰ ਜਾਂਦਿਆਂ ਨੂੰ ਚਾਹ ਪੁੱਛਦੇ ਆ ਤਾਂ ਹੋਰ ਜ਼ਿਆਦਾ ਬੈਟਰ ਹੈ। ਤੁਸੀਂ ਇਹੋ ਜਿਹੇ ਬੰਦੇ ਕੋਲ ਲਿਸਟ ਜਦੋਂ ਬਣਾਉਣੀ ਹੈ ਸਟਾਰਟਿੰਗ ਦੇ ਵਿੱਚ, ਤੁਸੀਂ ਇਹੋ ਜਿਹੇ ਪਰਸਨਸ ਨੂੰ, ਵੈਸੇ ਤਾਂ ਲਿਸਟ ਜਦੋਂ ਬਣਾਉਣੀ ਹੈ ਉਦੋਂ ਤਾਂ ਕਹਿੰਦੇ ਕਿ ਤੁਹਾਨੂੰ ਜੋ ਵੀ ਪਰਸਨ ਜਿਹੜਾ ਵੀ ਤੁਹਾਨੂੰ ਥੋੜ੍ਹਾ ਬਹੁਤ ਵੀ ਜਾਣਦਾ ਨਾ, ਤੁਸੀਂ ਉਹਦਾ ਜ਼ਰੂਰ ਨਾਮ ਐਂਟਰ ਕਰੋ ਉਹਦੇ ਵਿੱਚ। ਬਟ ਮੈਂ ਬਿਲਕੁਲ ਸਟਾਰਟਿੰਗ ਦੀ ਗੱਲ ਕਰ ਰਿਹਾ ਹੁਣ, ਕਿ ਜਦੋਂ ਤੁਸੀਂ ਕਾਲਸ ਸ਼ੁਰੂ ਕਰ ਰਹੇ ਹੋ, ਉਦੋਂ ਮੇ ਵੀ ਸ਼ਾਇਦ ਤੁਸੀਂ 25 ਜਾਂ 30 ਜਾਂ 50 ਬੰਦੇ ਦੀ ਲਿਸਟ ਬਣਾਓਗੇ, ਜਿਨ੍ਹਾਂ ਨੂੰ ਤੁਸੀਂ ਆਉਂਦੇ ਸ਼ਾਇਦ 1 ਵੀਕ ਦੇ ਵਿੱਚ ਕਵਰ ਕਰੋਗੇ ਜਾਂ 2 ਵੀਕਸ ਦੇ ਵਿੱਚ ਕਵਰ ਕਰੋਗੇ। ਉਦੋਂ ਤੁਸੀਂ ਸਿਰਫ ਇਹ ਦੇਖਣਾ ਹੈ ਕਿ ਜਿਹੜੇ ਪਰਸਨ ਦਾ ਮੈਂ ਨਾਮ ਲਿਖ ਰਿਹਾ, ਅਗਰ ਮੈਂ ਇਹਦੇ ਕੋਲ ਚਲੇ ਜਾਣਾ ਤਾਂ ਕੀ ਮੈਨੂੰ ਇਹ ਅਟੈਂਡ ਕਰੇਗਾ,
ਮੈਨੂੰ ਬਿਠਾਏਗਾ ਆਪਣੇ ਕੋਲ, ਮੇਰੀ ਗੱਲ ਸੁਣਨ ਲਈ ਐਟਲੀਸਟ ਤਿਆਰ ਹੋਏਗਾ। ਤੁਸੀਂ ਪ੍ਰੀ ਜੱਜ ਨਹੀਂ ਕਰਨਾ ਕਿ ਤੁਹਾਡੇ ਕੋਲੋਂ ਲਏਗਾ ਕਿ ਨਹੀਂ ਲਏਗਾ, ਕਿਉਂਕਿ ਮੈਂ ਇਹ ਦੇਖਿਆ ਇਸ ਬਿਜ਼ਨਸ ਦੇ ਵਿੱਚ ਜਿਹਦੇ ਤੇ ਤੁਹਾਨੂੰ ਬਹੁਤ ਜ਼ਿਆਦਾ ਉਮੀਦ ਸੀਗੀ ਕਿ ਉਹ ਲਏਗਾ, ਉਹਨਾਂ ਨੇ ਪ੍ਰੋਡਕਟ ਕਈ ਵਾਰੀ ਨਹੀਂ ਲਿੱਤੇ ਜਾਂ ਬਹੁਤ ਲੇਟ ਜਾ ਕੇ ਲਿੱਤੇ, ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਇਹ ਤਾਂ ਕਰੀ ਜਾ ਰਿਹਾ ਕੰਮ। ਪਰ ਜਿਹਦੇ ਤੇ ਤੁਹਾਨੂੰ ਉਮੀਦ ਨਹੀਂ ਸੀਗੀ ਉਹਨਾਂ ਨੇ ਤੁਹਾਡੇ ਕੋਲੋਂ ਇਮੀਡੀਏਟਲੀ ਪ੍ਰੋਡਕਟ ਲੈ ਲਿੱਤਾ, ਕਿਉਂਕਿ ਪਰਸਨ ਦੀ ਕੀ ਨੀਡ ਹੈ ਤੁਹਾਨੂੰ ਨਹੀਂ ਪਤਾ ਜੀ। ਤੁਸੀਂ ਪਹਿਲੇ ਡਿਸਾਈਡ ਕਰਨ ਬੈਠ ਗਏ ਨਾ, ਤੇ ਫਿਰ ਤੁਹਾਨੂੰ ਸ਼ਾਇਦ ਇਹੋ ਜਿਹੇ ਬੰਦੇ ਨਹੀਂ ਲੱਭਣਗੇ। ਹੋਏਗਾ ਕਿ ਜਦੋਂ ਤੁਸੀਂ ਪੂਰੀ ਐਕਸਪੈਕਟੇਸ਼ਨਸ ਨਾਲ ਕਿ ਇਹ ਤਾਂ ਲਏਗਾ ਹੀ ਲਏਗਾ, ਜਦੋਂ ਤੁਸੀਂ ਉਹਦੇ ਕੋਲ ਜਾਓਗੇ, ਜਾਂਦੇ ਨੂੰ ਪਤਾ ਨਹੀਂ ਉਹ ਤੁਹਾਨੂੰ ਨਾ ਹੀ ਕਰਦੇ, ਤੁਹਾਡਾ ਦਿਲ ਟੁੱਟ ਜਾਏਗਾ। ਗੱਲ ਸਮਝ ਰਹੇ ਹੋ? ਇੱਦਾਂ ਹੀ ਉਲਟਾ ਵੀ ਹੁੰਦਾ, ਜਿਹਦੇ ਤੇ ਤੁਹਾਨੂੰ ਬਿਲਕੁਲ ਵੀ ਉਮੀਦ ਨਹੀਂ ਸੀਗੀ, ਤੁਸੀਂ ਉਹਦੇ ਕੋਲ ਚਲੇ ਗਏ, ਤੁਸੀਂ ਉਹਨੂੰ ਸ਼ੇਅਰ ਕੀਤਾ, ਉਹ ਜਦੋਂ ਸ਼ੇਅਰ ਕੀਤਾ ਤੁਸੀਂ, ਤੇ ਉਹਦੇ ਤੋਂ ਤੁਹਾਨੂੰ ਮਤਲਬ ਜਦੋਂ ਪ੍ਰੋਡਕਟ ਨਿਕਲ ਜਾਂਦਾ ਕਈ ਵਾਰੀ ਤੁਹਾਡਾ ਕੌਨਫੀਡੈਂਸ ਬਹੁਤ ਬੂਸਟ ਹੋ ਜਾਂਦਾ, ਤੁਹਾਨੂੰ ਉਮੀਦ ਨਹੀਂ ਸੀ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ, ਉਹ ਸ਼ਖਸ ਜਿਹਦੀ ਮੈਂ ਗੱਲ ਕਰ ਰਿਹਾ ਕਿ ਜਿਹਦੇ ਤੇ ਮੈਨੂੰ ਉਮੀਦ ਨਹੀਂ ਸੀਗੀ, ਪਰ ਉਹਨੇ ਮੇਰੇ ਕੋਲ ਪ੍ਰੋਡਕਟ ਲੈ ਲਿੱਤਾ, ਠੀਕ ਹੈ, ਕਿਉਂਕਿ ਉਹਦੇ ਘਰ ਦੇ ਵਿੱਚ ਕੋਈ ਵਾਕਈ ਇੱਦਾਂ ਦੀ ਰਿਕੁਆਇਰਮੈਂਟ ਸੀਗੀ, ਲੋੜ ਸੀਗੀ ਜਿਹੜੀ ਕਿਤੋਂ ਹੋਰ ਪੂਰੀ ਨਹੀਂ ਹੋ ਰਹੀ ਸੀਗੀ, ਠੀਕ ਹੈ। ਅੱਛਾ, ਇਹੀ ਨਹੀਂ ਸਿਰਫ ਉਹਨੇ ਪ੍ਰੋਡਕਟ ਨਹੀਂ ਲਿੱਤਾ, ਉਹ ਮਤਲਬ ਤੁਸੀਂ ਕਹਿ ਲਓ ਅੱਜ ਵੀ ਮੇਰੇ ਕੋਲ ਯੂਜ਼ਰ ਹੈ, ਅੱਜ ਇੰਨੇ ਸਾਲ ਹੋ ਗਏ, ਅੱਜ ਵੀ ਮੇਰਾ ਪ੍ਰੋਡਕਟ ਯੂਜ਼ ਕਰਦੇ ਆ। ਪਲੱਸ ਇਹੀ ਨਹੀਂ, ਉਹਨਾਂ ਨੇ ਮੈਨੂੰ ਸਿਟੀ ਦੇ ਕੁਝ ਬਹੁਤ ਅੱਛੇ ਪਰਸਨਸ, ਕੁਝ ਕਸਟਮਰਸ ਇੰਨੇ ਅੱਛੇ ਜਿਨ੍ਹਾਂ ਦੇ ਥਰੂ ਮੈਨੂੰ ਬਹੁਤ ਬਿਜ਼ਨਸ ਆਇਆ, ਉਹਨਾਂ ਦੇ ਨਾਲ ਵੀ ਇੰਟਰੋਡਿਊਸ ਕਰਵਾਇਆ, ਜਦ ਕਿ ਮੈਨੂੰ ਉਹਦੇ ਤੋਂ ਉਮੀਦ ਨਹੀਂ ਸੀਗੀ। ਗੱਲ ਸਮਝ ਰਹੇ ਹੋ? ਕਈ ਵਾਰੀ ਹੁੰਦਾ ਕਿ ਉਹ ਪਰਸਨ ਦੇ ਅੱਗੋਂ ਰਿਲੇਸ਼ਨਸ ਇੰਨੇ ਅੱਛੇ ਸਟਰੋਂਗ ਹੁੰਦੇ ਨੇ, ਉਹ ਸਿਰਫ ਤੁਹਾਡੀ ਫਰੈਂਡਸ਼ਿਪ ਦੇ ਕਰਕੇ ਤੁਹਾਨੂੰ ਹੋਰ ਪਰਸਨਸ ਦੀ ਲੀਡਸ ਦੇ ਦਿੰਦੇ ਆ, ਔਰ ਤੁਹਾਨੂੰ ਉਹਦੇ ਤੋਂ ਬਿਜ਼ਨਸ ਆਉਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ ਆ। ਸੋ ਤੁਸੀਂ ਕਦੇ ਵੀ ਹੁਣ ਇੱਥੇ ਕੀ ਹੈ, ਮੇਰੇ ਵਾਲੇ ਕੇਸ 'ਚ ਤੇ ਤੁਹਾਡੇ ਵਾਲੇ ਕੇਸ 'ਚ ਡਿਫਰੈਂਸ ਇਹ ਸੀਗਾ ਕਿ ਮੈਨੂੰ ਆਲਰੇਡੀ ਪਤਾ ਸੀ ਕਸਟਮਰ ਨਾਲ ਕਿੱਦਾਂ ਗੱਲ ਕਰੀਦੀ ਹੈ, ਕਸਟਮਰ ਨਾਲ ਕਿੱਦਾਂ ਡੀਲ ਕਰੀਦਾ ਹੈ ਨਾ, ਔਰ ਇਹਨਾਂ ਪ੍ਰੋਡਕਟਸ ਦੇ ਬਾਰੇ ਮੈਂ ਫੁੱਲ ਨੌਲੇਜ ਲੈ ਲਿੱਤੀ ਸੀਗੀ, ਪ੍ਰੈਜੈਂਟੇਸ਼ਨ ਕਿੱਦਾਂ ਕਰਦੇ ਮੈਂ ਪੂਰੀ ਲਿੱਤੀ ਸੀ ਨੌਲੇਜ, ਓਬਜੈਕਸ਼ਨ ਹੈਂਡਲਿੰਗ ਵੀ ਮੈਂ ਸਿੱਖ ਲਿੱਤੀ ਸੀਗੀ। ਲੇਕਿਨ ਜਿਹੜਾ ਪਰਸਨ ਹਜੇ ਬਿਲਕੁਲ ਨਵਾਂ, ਔਰ ਉਹਨੂੰ ਪਤਾ ਕਿ ਉਹ ਇਹਦੇ 'ਚ ਹਜੇ ਉਨਾ ਜ਼ਿਆਦਾ ਸਕਿੱਲਫੁਲ ਨਹੀਂ ਹੈਗਾ, ਉਹਨਾਂ ਜ਼ਿਆਦਾ ਉਹਨੂੰ ਨਹੀਂ ਪਤਾ, ਨਹੀਂ ਸਿੱਖ ਸਕਿਆ ਹਜੇ, ਇੰਨਾ ਨਵਾਂ ਹੈਗਾ, ਹੌਲੀ ਹੌਲੀ ਆ ਜਾਂਦਾ ਸਾਰਾ ਕੁਝ, ਉਹਦੇ ਲਈ ਸਭ ਤੋਂ ਬੈਸਟ ਵੇ ਹੈ ਸਟਾਰਟਿੰਗ ਦੀਆਂ ਕੁਝ ਕਾਲਸ ਆਪਣੇ ਸੀਨੀਅਰ ਦੇ ਨਾਲ ਕਰ ਲਓ। ਸਟਾਰਟਿੰਗ ਦੀਆਂ ਕੁਝ ਕਾਲਸ ਆਪਣੇ ਸੀਨੀਅਰ ਦੇ ਨਾਲ ਕਰ ਲਓ, ਯਾਨੀ ਕਿ ਤੁਸੀਂ ਨਵਤੇਜ ਜੀ ਨੂੰ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ, ਤੁਸੀਂ ਕਹਿ ਸਕਦੇ ਹੋ ਸਰ ਅੱਜ ਆਪਾਂ ਇੰਨੇ ਪਰਸਨਸ ਨੂੰ ਮਿਲਣਾ ਹੈਗਾ, ਔਰ ਤੁਸੀਂ ਬਸ ਮਿਲਵਾ ਦਿਓ। ਪੋਸੀਬਲੀ ਗੁੱਡ ਹੈ ਕਿ ਤੁਸੀਂ ਅਪਾਇੰਟਮੈਂਟ ਲੈ ਕੇ ਜਾਓ ਤਾਂ ਹੋਰ ਜ਼ਿਆਦਾ ਵਧੀਆ ਹੈਗਾ। ਪਰ ਜੇ ਤੁਹਾਡੇ ਰਿਲੇਸ਼ਨਸ ਇੱਦਾਂ ਦੇ ਨੇ ਕਿ ਤੁਹਾਨੂੰ ਪਤਾ ਕਿ ਜਿੱਦਾਂ ਤੁਸੀਂ ਐਜ਼ ਅ ਰਿਲੇਟਿਵ ਜਾਂਦੇ ਹੋ ਜਾਂ ਐਜ਼ ਅ ਫਰੈਂਡ ਜਾਂਦੇ ਹੋ, ਕਿ ਤੁਹਾਨੂੰ ਪਤਾ ਜਦੋਂ ਤੁਸੀਂ ਚੱਲੇ ਵੀ ਜਾਂਦੇ ਹੋ ਤਾਂ ਤੁਹਾਨੂੰ ਐਂਟਰਟੇਨ ਕਰਨਗੇ, ਬਿਠਾਉਣਗੇ, ਮਤਲਬ ਤੁਹਾਨੂੰ ਅੱਛੇ ਤਰੀਕੇ ਨਾਲ ਤੁਹਾਨੂੰ ਅਟੈਂਡ ਕਰਨਗੇ, ਫਿਰ ਤਾਂ ਤੁਸੀਂ ਉੱਦਾਂ ਵੀ ਜਾ ਸਕਦੇ ਹੋ ਅਗਰ ਤੁਹਾਨੂੰ ਪਤਾ ਹੈ ਕਿ ਉਹ ਕਿਹੜੇ ਟਾਈਮ 'ਤੇ ਅਵੇਲੇਬਲ ਹੁੰਦੇ ਆ, ਜੇ ਤੁਹਾਡੀ ਬਹੁਤ ਹੀ ਬੌਂਡਿੰਗ ਅੱਛੀ ਹੈਗੀ ਆ। ਔਰ ਸਟਾਰਟਿੰਗ 'ਚ ਤੁਸੀਂ ਇਹੋ ਜਿਹੇ ਬੰਦਿਆਂ ਕੋਲ ਲੈ ਕੇ ਜਾਓ, ਬਟ ਮਾਈਂਡ ਵਿੱਚ ਇਹ ਨਹੀਂ ਹੋਣਾ ਚਾਹੀਦਾ ਤੁਹਾਡੇ ਕਿ ਮੇਰੇ ਕੋਲ ਲਏਗਾ ਹੀ ਲਏਗਾ, ਯਾਨੀ ਕਿ ਮੈਂ ਉਹੀ ਬੰਦੇ ਕੋਲ ਜਾਵਾਂ ਜਿਹੜਾ ਲਏਗਾ। ਤੁਹਾਨੂੰ ਨਹੀਂ ਪਤਾ ਕਿਹੜੇ ਨੇ ਲੈ ਲੈਣਾ, ਤੁਹਾਨੂੰ ਨਹੀਂ ਪਤਾ ਕਿਹੜੇ ਨੇ ਲੈ ਲੈਣਾ ਹੈਗਾ। ਸੋ ਆਪਣਾ ਸਟਾਰਟਿੰਗ ਸਿਰਫ ਇਹੀ ਕੰਮ ਹੈ ਕਿ ਤੁਸੀਂ ਜਾਣਾ ਹੀ ਜਾਣਾ, ਤੁਸੀਂ ਜਾ ਕੇ ਮਤਲਬ ਸ਼ੇਅਰ ਕਰਨਾ, ਬਿਨਾਂ ਇਹ ਸੋਚੇ ਕਿ ਕਿਹੜਾ ਪਰਸਨ ਤੁਹਾਡੇ ਕੋਲ ਲਏਗਾ ਕਿਹੜਾ ਨਹੀਂ ਲਏਗਾ, ਕਿਉਂਕਿ ਆਪਣਾ ਬਿਜ਼ਨਸ ਸੇਲ ਕਰਨ ਦਾ ਬਿਜ਼ਨਸ ਨਹੀਂ ਹੈ, ਆਪਣਾ ਬਿਜ਼ਨਸ ਸ਼ੇਅਰ ਕਰਨ ਦਾ ਬਿਜ਼ਨਸ ਹੈ। ਮੈਂ ਜਾ ਕੇ ਸ਼ੇਅਰ ਕਰਨਾ, ਸੇਲ ਇਜ਼ ਅ ਬਾਈ ਡਿਫਾਲਟ ਪ੍ਰੋਸੈਸ। ਤੁਸੀਂ ਸ਼ੇਅਰ ਕੀਤਾ, ਅੱਛੇ ਤਰੀਕੇ ਨਾਲ ਓਬਜੈਕਸ਼ਨ ਹੈਂਡਲਿੰਗ ਕੀਤੀ, ਉਹਦੇ 'ਚ ਪ੍ਰੋਡਕਟ ਆਟੋਮੈਟਿਕਲੀ ਨਿਕਲਣਾ ਸ਼ੁਰੂ ਹੋ ਜਾਏਗਾ। ਔਰ ਇਮੀਡੀਏਟਲੀ ਤੁਸੀਂ ਜੁਆਇਨਿੰਗ ਵੱਲ ਹਜੇ ਨਾ ਭੱਜੋ। ਤੁਸੀਂ ਇਹ ਨਾ ਸੋਚੋ ਕਿ ਉਹ ਪਰਸਨ ਮੇਰੇ ਨਾਲ ਜੁਆਇਨ ਹੋ ਜਾਏਗਾ, ਕਿਉਂ? ਕਿਉਂਕਿ ਫਸਟ ਜੁਆਇਨਿੰਗਸ ਜਿਹੜੀਆਂ ਤੁਸੀਂ ਉਹ 2cc ਤੋਂ ਬਾਅਦ ਜਿਹੜੀਆਂ ਤੁਸੀਂ ਅਲਾਊਡ ਹੈ ਤੁਹਾਨੂੰ, ਤੁਸੀਂ ਫਸਟ ਟਾਰਗੇਟ ਜਿਹੜਾ ਫਸਟ ਮਤਲਬ ਤੁਸੀਂ ਕਹਿ ਲਓ ਪ੍ਰਮੋਸ਼ਨ ਤੋਂ ਬਾਅਦ ਤੁਸੀਂ ਜੁਆਇਨਿੰਗ ਵਾਲੇ ਪਾਸੇ ਭੱਜਣਾ ਹੈਗਾ। ਤਾਂ ਸਟਾਰਟਿੰਗ 'ਚ ਤੁਸੀਂ ਇਹੀ ਤਾਂ ਬੈਨੀਫਿਟ ਆਪਣੇ ਬਿਜ਼ਨਸ ਦਾ ਕਿ ਕੰਪਨੀ ਸਿਰਫ ਇਹ ਨਹੀਂ ਕਹਿੰਦੀ ਹੈਗੀ ਕਿ ਤੁਸੀਂ ਸਿਰਫ ਤੇ ਸਿਰਫ ਜਿਹੜਾ ਹੈਗਾ ਜੁਆਇਨਿੰਗਸ ਕਰਾਓ। ਕੰਪਨੀ ਕਹਿੰਦੀ ਤੁਸੀਂ ਕਸਟਮਰ ਵੀ ਬਣਾ ਸਕਦੇ ਹੋ, ਲਿਮਿਟਿਡ ਜੇ ਕਸਟਮਰਸ, ਮਤਲਬ ਆਪਾਂ ਬਹੁਤ ਵੱਡੇ ਕਸਟਮਰ ਬੇਸ ਨਹੀਂ ਬਣਾਉਣਾ, ਉਹ ਸਾਡਾ ਬਿਜ਼ਨਸ ਨਹੀਂ ਹੈਗਾ, ਲੇਕਿਨ ਕੁਝ ਪਰਸਨਸ ਜਿਹੜੇ ਸਾਡੇ ਬੜੇ ਕਲੋਜ਼ ਨੇ ਜਿਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਵੀ ਪ੍ਰੋਡਕਟ ਯੂਜ਼ ਕਰਨ, ਠੀਕ ਹੈ ਨਾ, ਤੁਸੀਂ ਉਹਨਾਂ ਨੂੰ ਪ੍ਰੋਡਕਟ ਸ਼ੇਅਰ ਕਰੋ। ਔਰ ਜਦੋਂ ਤੁਸੀਂ ਪ੍ਰੋਡਕਟ ਸ਼ੇਅਰ ਕਰਨ ਜਾਣਾ ਤੇ ਤੁਹਾਡੇ ਕੋਲ ਤੁਹਾਡੇ ਪ੍ਰੋਡਕਟਸ ਨਾਲ ਹੋਣੇ ਚਾਹੀਦੇ ਆ। ਜਿਹੜਾ ਵੀ ਪ੍ਰੋਡਕਟ ਤੁਸੀਂ ਸ਼ੇਅਰ ਕਰਨਾ ਉਹ ਬੈਟਰ ਹੁੰਦਾ ਕਿ ਤੁਸੀਂ ਨਾਲ ਲੈ ਕੇ ਜਾਓ। ਔਰ ਤੁਸੀਂ ਇਕੱਲੇ ਜਾਓਗੇ ਸਟਾਰਟਿੰਗ ਦੇ ਵਿੱਚ ਤੇ ਮੈਂ ਇਸ ਚੀਜ਼ ਦੀ ਨਹੀਂ ਸ਼ੋਰਿਟੀ ਕਹਿ ਸਕਦਾ ਕਿ ਤੁਸੀਂ ਅਜੇ ਉਨੇ ਜ਼ਿਆਦਾ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਪਾਓਗੇ ਕਿ ਨਹੀਂ, ਆਰਡਰ ਚੱਕ ਪਾਓਗੇ ਕਿ ਨਹੀਂ, ਲੇਕਿਨ ਜਦੋਂ ਨਵਤੇਜ ਜੀ ਜਾਣਗੇ, ਜਦੋਂ ਨਵਤੇਜ ਜੀ ਤੁਹਾਡੇ ਨਾਲ ਜਾਣਗੇ, ਕਿਉਂਕਿ ਆਲਰੇਡੀ ਐਕਸਪੀਰੀਅੰਸਡ ਨੇ, ਬਹੁਤ ਸਾਰੇ ਕਸਟਮਰਸ ਆਲਰੇਡੀ ਬਣਾ ਚੁੱਕੇ ਨੇ, ਇਸ ਕਰਕੇ ਨਵਤੇਜ ਜੀ ਨੂੰ ਜਦੋਂ ਲੈ ਕੇ ਜਾਓਗੇ ਤਾਂ ਤੁਹਾਡੇ ਚਾਂਸਿਸ ਜ਼ਿਆਦਾ ਹੋ ਜਾਂਦੇ ਨੇ। ਉੱਥੇ ਵੀ ਤੁਸੀਂ ਇਹ ਪਰਪਸ ਸੋਚ ਕੇ ਨਹੀਂ ਜਾਣਾ ਕਿ ਮੇਰੀ ਅੱਜ ਪ੍ਰੋਡਕਟ ਸੇਲ ਹੋ ਹੀ ਜਾਏਗੀ 100%। ਮੰਨ ਲਓ ਕੁਝ ਕਸਟਮਰਸ ਕੋਲ ਤੁਸੀਂ ਲੈ ਕੇ ਗਏ ਹੋ, ਨਵਤੇਜ ਜੀ ਨੇ ਉੱਥੇ ਐਕਸਪਲੇਨ ਕੀਤਾ, ਉੱਥੇ ਤੁਸੀਂ ਇਹ ਨਹੀਂ ਸੋਚਣਾ ਕਿ 100%। ਤੁਹਾਡਾ ਮੇਨ ਪਰਪਸ ਕੀ ਹੋਣਾ ਚਾਹੀਦਾ ਕਿ ਮੈਂ ਇਹ ਸਿੱਖ ਲਵਾਂ ਕਿ ਗੱਲ ਕਿੱਦਾਂ ਕਰੀਦੀ ਆ। ਜਦੋਂ ਕਸਟਮਰ ਕੁਐਸਚਨ ਪੁੱਛਦਾ ਉਹਦਾ ਆਨਸਰ ਕੀ ਕਰਨਾ ਹੈਗਾ, ਕਿੱਦਾਂ ਆਨਸਰ ਕਰਨਾ ਹੈਗਾ, ਉਹ ਆ ਮੇਨ ਚੀਜ਼ ਤੁਹਾਡੀ ਜਿਹੜੀ ਤੁਸੀਂ ਦੇਖਣੀ ਹੈਗੀ ਆ, ਠੀਕ ਹੈ। ਬਟ ਇਹ ਹੈ ਕਿ ਕਿਉਂਕਿ ਨਵਤੇਜ ਜੀ ਜਾ ਰਹੇ ਨੇ, ਸੋ ਚਾਂਸਿਸ ਬਹੁਤ ਹਾਇਰ ਹੋ ਜਾਂਦੇ ਨੇ ਕਿ ਹਾਂ ਤੁਹਾਡੇ ਪ੍ਰੋਡਕਟ ਮੂਵ ਹੋਣਗੇ ਔਰ ਕਸਟਮਰ ਪਰਮਾਨੈਂਟ ਬਣਨਗੇ, ਯਾਨੀ ਕਿ ਉਹ ਕਸਟਮਰ ਬਾਰ-ਬਾਰ ਪ੍ਰੋਡਕਟਸ ਤੁਹਾਡੇ ਕੋਲ ਲੈਣਗੇ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਹੈਂਡਲ ਜਿਹੜਾ
ਕਰ ਸਕਦੇ ਹੋ ਇਸ ਚੀਜ਼ ਨੂੰ। ਆਈ ਹੋਪ ਕਿ ਤੁਹਾਨੂੰ ਕਲੈਰਿਟੀ ਹੋਈ। ਸੋ ਸਿੱਧੀ ਜਿਹੀ ਗੱਲ ਹੈ, ਸਟਾਰਟਿੰਗ ਦੇ ਵਿੱਚ ਤੁਸੀਂ ਲਿਸਟ ਬਣਾਓ, ਆਪਣੀ ਲਿਸਟ ਬਣਾ ਕੇ ਤੁਸੀਂ ਉਸ ਤੋਂ ਬਾਅਦ ਨਵਤੇਜ ਜੀ ਦੇ ਨਾਲ ਡਿਸਕਸ ਕਰਕੇ ਕਿ ਹਾਂਜੀ ਸਰ ਕਿਹੜੇ ਟਾਈਮ ਦੇ ਉੱਤੇ ਕੰਫਰਟੇਬਲ ਹੈ ਤੁਹਾਡਾ ਤੇ ਉਹਨਾਂ ਦਾ ਟਾਈਮ ਜਦੋਂ ਮੈਚ ਕਰ ਜਾਏ ਤਾਂ ਉਸ ਟਾਈਮ ਦੇ ਉੱਤੇ ਤੁਸੀਂ ਸਿਰਫ ਵਿਜ਼ਿਟ ਕਰਾਓ। ਉੱਥੇ ਜਾ ਕੇ ਵਿਜ਼ਿਟ ਜਦੋਂ ਕਰਾਓਗੇ, ਉਹਨਾਂ ਕੋਲ ਜਦੋਂ ਬੈਠੋਗੇ ਤੁਸੀਂ ਸਿੰਪਲੀ ਉਹਨਾਂ ਨੂੰ ਦੱਸੋ ਕਿ ਮੇਰੇ ਸੀਨੀਅਰ ਨੇ ਜਾਂ ਮੇਰੇ ਮਤਲਬ ਹੈ ਨਾ ਮੇਰੇ ਟੀਮ ਪਰਸਨ ਨੇ, ਅਸੀਂ ਬਹੁਤ ਕੁਝ ਇੰਪੋਰਟੈਂਟ ਤੁਹਾਡੇ ਨਾਲ ਇਨਫੋਰਮੇਸ਼ਨ ਹੈ ਜਿਹੜੀ ਸ਼ੇਅਰ ਕਰਨੀ ਹੈਗੀ ਹੈ, ਜਿਹੜੀ ਤੁਹਾਡੀ ਔਰ ਤੁਹਾਡੀ ਫੈਮਿਲੀ ਲਈ ਬਹੁਤ ਜ਼ਿਆਦਾ ਯੂਜ਼ਫੁਲ ਹੈ, ਫਾਇਦੇਮੰਦ ਹੋ ਸਕਦੀ ਹੈ, ਅਤੇ ਮੈਂ ਤਾਂ ਤੁਹਾਡੇ ਕੋਲ ਆਇਆ ਸਪੈਸ਼ਲੀ, ਹੈ ਨਾ। ਕੁਛ ਮਿੰਟਸ ਮੈਂ ਤੁਹਾਡੇ ਲੈਣੇ ਚਾਹੁੰਦਾ ਹੈਗਾ। ਉਹ ਕਹਿੰਦੇ ਹਾਂਜੀ ਦੱਸੋ, ਕਿਉਂਕਿ ਤੁਹਾਨੂੰ ਮਨਾ ਨਹੀਂ ਕਰਨਗੇ, ਤੁਹਾਡੇ ਅੱਛੇ ਰਿਲੇਸ਼ਨ ਨੇ। ਉੱਥੇ ਫਿਰ ਨਵਤੇਜ ਜੀ ਨੂੰ ਤੁਸੀਂ ਕਹਿ ਸਕਦੇ ਹੋ ਹਾਂਜੀ ਸਰ ਦੱਸੋ, ਔਰ ਨਵਤੇਜ ਜੀ ਫਿਰ ਆਟੋਮੈਟਿਕਲੀ ਉਹਨਾਂ ਨੂੰ ਐਕਸਪਲੇਨ ਕਰਨਗੇ। ਉਹ ਇੱਕ ਤਰ੍ਹਾਂ ਦੀ ਤੁਹਾਡੀ ਪ੍ਰੈਕਟੀਕਲ ਟ੍ਰੇਨਿੰਗ ਹੈ। ਤੁਸੀਂ ਇਹ ਦੇਖਣਾ ਕਿ ਨਵਤੇਜ ਜੀ ਕਿੱਦਾਂ ਗੱਲ ਕਰ ਰਹੇ ਨੇ, ਕਸਟਮਰ ਕੀ ਰਿਸਪੌਂਸ ਕਰ ਰਿਹਾ, ਕਸਟਮਰ ਕੀ ਕੁਐਸਚਨ ਕਰ ਰਿਹਾ, ਅਤੇ ਉਹਨੂੰ ਕਿੱਦਾਂ ਹੈਂਡਲ ਕਰ ਰਹੇ ਨੇ ਨਵਤੇਜ ਜੀ। ਜਦੋਂ ਤੁਸੀਂ ਕੁਝ ਕਸਟਮਰਸ ਕੋਲ ਜਾਓਗੇ, ਆਈਡੀਅਲੀ 7 ਜਾਂ 10 ਕਸਟਮਰਸ ਕੋਲ ਜਾਓਗੇ, ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗ ਜਾਏਗਾ ਕਿ ਕਿੱਦਾਂ ਪ੍ਰੈਜੈਂਟੇਸ਼ਨ ਕਰਨੀ ਹੈ। 11ਵੀਂ ਕਾਲ 'ਤੇ ਤੁਸੀਂ ਕਹੋ ਕਿ ਸਰ ਮੈਂ ਖੁਦ ਕਰਕੇ ਦੇਖਦਾ ਹੈਗਾ, ਕਿਉਂਕਿ ਕੰਮ ਬਹੁਤ ਸਿੰਪਲ ਹੈ, ਕੋਈ ਬਹੁਤ ਮੁਸ਼ਕਿਲ ਕੰਮ ਨਹੀਂ ਹੈਗਾ, ਤੁਸੀਂ ਬੜੇ ਆਰਾਮ ਦੇ ਨਾਲ ਕਰ ਸਕਦੇ ਹੋ। ਬਸ ਡੇਲੀ ਤੁਸੀਂ ਇਹੀ ਕਰੋ, ਤੁਸੀਂ ਦੇਖੋਗੇ ਆਟੋਮੈਟਿਕਲੀ ਸਟਾਰਟਿੰਗ 'ਚ ਕੁਝ ਕਸਟਮਰ ਬਣ ਗਏ। ਉਸ ਤੋਂ ਬਾਅਦ ਫਿਰ ਕਸਟਮਰ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਨਹੀਂ ਦੇਣਾ, ਫਿਰ ਤੁਸੀਂ ਉਸ ਤੋਂ ਬਾਅਦ ਜੁਆਇਨਿੰਗਸ ਦੇ ਉੱਤੇ ਆ ਸਕਦੇ ਹੋ। ਜਿੱਦਾਂ ਤੁਹਾਡਾ AS ਹੋ ਜਾਂਦਾ ਤੁਸੀਂ ਜੁਆਇਨਿੰਗ 'ਤੇ ਆ ਸਕਦੇ ਹੈਗੇ ਹੋ। AS ਨੂੰ ਕਰਨ ਦਾ ਵੈਸੇ ਬੈਸਟ ਤਰੀਕਾ ਹੈਗਾ ਕਿ ਤੁਸੀਂ ਆਪਣੇ ਕੋਲੋਂ ਹੀ 30,000 ਦੇ ਪ੍ਰੋਡਕਟਸ ਜਿਹੜੇ ਨੇ ਲੈ ਲਓ, ਤਾਂ ਕਿ ਜਦੋਂ ਤੁਸੀਂ ਕਿਸੇ ਨੂੰ ਮਿਲੋ ਫਿਰ ਤੁਸੀਂ ਜੁਆਇਨਿੰਗ ਵਿੱਚ ਹੀ ਡਾਇਰੈਕਟ ਕਰਵਾ ਸਕਦੇ ਹੋ, ਫਿਰ ਤੁਸੀਂ ਸਿੱਧਾ ਜੁਆਇਨਿੰਗ ਵਾਸਤੇ ਵੀ ਜਾ ਸਕਦੇ ਹੋ, ਕਿਉਂਕਿ ਬੇਸਿਕਲੀ ਪਰਪਸ ਆਪਣਾ ਇਹੀ ਹੈ ਨਾ ਕਿ ਨਵੇਂ ਟੀਮ ਪਰਸਨ ਸਾਡੇ ਨਾਲ ਜੁੜਨ। ਫਿਰ ਤੁਸੀਂ ਉਹਦਾ ਇੱਕ ਬੈਨੀਫਿਟ ਇਹ ਵੀ ਹੈ, ਜਦੋਂ ਤੁਸੀਂ ਕਿਸੇ ਕੋਲ ਜਾਓਗੇ ਤਾਂ ਤੁਹਾਨੂੰ ਪ੍ਰੋਡਕਟ ਜਦੋਂ ਉਹਨੂੰ ਦਿਖਾਣੇ ਆ, ਲੈਟਸ ਸੇ ਜਦੋਂ ਹੁਣ ਮੈਂ ਕਿਸੇ ਕੋਲ ਗਿਆ ਅਤੇ ਮੈਂ ਉਹਨੂੰ ਪ੍ਰੋਡਕਟ ਦਿਖਾਣਾ ਹੈਗਾ, ਮੈਂ ਸੈਨੀਟਾਈਜ਼ਰ ਦਿਖਾਣਾ ਉਹਨੂੰ, ਅਤੇ ਐਟਲੀਸਟ ਮੈਂ ਦਿਖਾ ਤਾਂ ਸਕਦਾ ਹੁਣ ਉਹਨੂੰ। ਮੈਂ ਉਹਨੂੰ ਜਿਵੇਂ ਕੋਈ ਹੈ ਹੀ ਨਹੀਂ ਤਾਂ ਮੈਂ ਦਿਖਾਊਂਗਾ ਕਿੱਦਾਂ। ਅੱਛਾ ਜੇ ਅਗਲਾ ਕਹਿ ਦਿੰਦਾ ਹਾਂਜੀ ਮੈਨੂੰ ਦੇ ਦਿਓ, ਅਤੇ ਬੈਟਰ ਹੈ ਕਿ ਮੇਰੇ ਕੋਲ ਪ੍ਰੋਡਕਟ ਹੋਣਾ ਚਾਹੀਦਾ, ਬਜਾਏ ਕਿ ਮੈਂ ਕਹਾਂਗਾ ਮੈਂ ਕੱਲ੍ਹ ਆਊਂਗਾ, ਮੈਂ ਕੱਲ੍ਹ ਆ ਕੇ ਦਊਂਗਾ। ਉਸੇ ਵੇਲੇ ਔਨ ਦਾ ਸਪੌਟ ਦਿਓ ਉਹਨੂੰ, ਔਨ ਦਾ ਸਪੌਟ ਉਹਨੂੰ ਡੈਮੋ ਵੀ ਦੇ ਦਿਓ, ਔਨ ਦਾ ਸਪੌਟ ਅਗਰ ਉਹ ਪ੍ਰੋਡਕਟ ਮੰਗਦਾ ਤਾਂ ਉਹਨੂੰ ਪ੍ਰੋਡਕਟ ਵੀ ਦੇ ਦਿਓ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ।